ब्रह्म ज्ञानी एक ऊपर आस। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਹੈ ਨਾ ਜਿਹੜਾ, ਬ੍ਰਹਮ ਗਿਆਨੀ ਦੀ ਕੇਵਲ ਜਿਹੜੀ ਆਸ ਹੈ ਨਾ ਇੱਕ ਦੇ ਉੱਤੇ ਹੁੰਦੀ ਏ, ਹੋਰ ਕਿਤੇ ਉਹ ਆਸ ਨਹੀਂ ਬ੍ਰਹਮ ਗਿਆਨੀ ਕਰਦਾ। ਜਿਹਦੇ ਨਾਲ ਬ੍ਰਹਮ ਗਿਆਨੀ ਦੀ ਸੁਰਤ ਜੁੜੀ ਹੁੰਦੀ ਹੈ, ਜਿਹੜਾ ਬ੍ਰਹਮ ਹੁੰਦਾ ਆ, ਜਿਹੜਾ ਅਕਾਲ ਪੁਰਖ ਆ, ਜਿਹੜਾ ਸੱਚਾ ਗਿਆਨ ਬਖਸ਼ਣ ਵਾਲਾ ਆ, ਹਰ ਵੇਲੇ ਬ੍ਰਹਮ ਗਿਆਨੀ ਦੀ ਜਿਹੜੀ ਸੁਰਤ ਆ ਉੱਥੇ ਜੁੜੀ ਹੁੰਦੀ ਏ ਤੇ ਉਹਦੇ ਤੋਂ ਹੀ ਆਸ ਤੱਕਦਾ ਹੈ। ब्रह्म ज्ञानी का नहीं विनाश। ਸਤਿਗੁਰੂ ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਨਾ, ਜਿਹਨੇ ਬ੍ਰਹਮ ਦਾ ਗਿਆਨ ਹਾਸਲ ਕਰ ਲਿਆ ਹੁੰਦਾ ਆ, ਸਾਰੀਆਂ ਦਾਤਾਂ ਜਿਹਨੂੰ ਮਿਲ ਜਾਂਦੀਆਂ ਆ, ਸਾਰਾ ਗਿਆਨ ਮਿਲ ਜਾਂਦਾ ਆ, ਗੁਰੂ ਜੀ ਕਹਿੰਦੇ ਭਾਈ ਉਹਦਾ ਵਿਨਾਸ਼ ਨਹੀਂ ਹੋ ਸਕਦਾ, ਉਹ ਮਰਦਾ ਨਹੀਂ, ਉਹ ਨਾਸ ਨਹੀਂ ਹੁੰਦਾ। ब्रह्म ज्ञानी क्या गरीबी समाहा। ਸਤਿਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਦੇ ਹਿਰਦੇ ਦੇ ਅੰਦਰ ਗਰੀਬੀ ਹੀ ਆਨੰਦ ਹੈ ਸਮਾਹਾ। ਭਾਵ ਕਿ ਬ੍ਰਹਮ ਗਿਆਨੀ ਹੈ ਜਿਹੜਾ ਉਹ ਗਰੀਬੀ ਦੇ ਵਿੱਚ ਵੀ ਰਹਿ ਕੇ ਆਨੰਦ ਮਾਣਦਾ ਹੈ। ब्रह्म ज्ञानी पर उपकार उमाहा। ਗੁਰੂ ਜੀ ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਨਾ, ਪਰ ਉਪਕਾਰ ਕਰਨ ਦੇ ਵੱਲ ਨੂੰ ਉਤਸ਼ਾਹਤ ਰਹਿੰਦਾ ਹੈ ਹਰ ਟਾਈਮ ਬ੍ਰਹਮ ਗਿਆਨੀ। ਭਾਵੇਂ ਬੰਦਗੀ ਕਰਦਾ ਆ, ਭਾਵੇਂ ਸਿਮਰਨ ਕਰਦਾ ਆ, ਭਾਵੇਂ ਸੇਵਾ ਕਰਦਾ ਆ, ਪਰ ਹਰ ਵੇਲੇ ਧਿਆਨ ਹੁੰਦਾ ਆ ਜਿਹੜਾ ਪਰਉਪਕਾਰ ਵੱਲ ਹੁੰਦਾ ਹੈ। ਬਾਬਾ ਬੁੱਢਾ ਜੀ ਸੇਵਾ ਕਰਿਆ ਕਰਦੇ ਸਨ। ਹਰਿਮੰਦਰ ਸਾਹਿਬ ਜਦੋਂ ਸੇਵਾ ਚੱਲਦੀ ਸੀ ਸਰੋਵਰ ਦੀ, ਉੱਥੇ ਵੀ ਬਾਬਾ ਬੁੱਢਾ ਜੀ ਸੇਵਾ ਕਰਦੇ ਰਹੇ। ਦਰਬਾਰ ਸਾਹਿਬ ਦੀ ਤਿਆਰੀ ਹੋਈ, ਉੱਥੇ ਵੀ ਸੇਵਾ ਕਰਦੇ ਰਹੇ। ਸਾਰੇ ਪਾਸੇ ਗੁਰੂ ਸਾਹਿਬਾਨਾਂ ਦੇ ਸਮੇਂ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜੀ ਹੋਏ ਨੇ, ਜਿਹੜੇ ਉਹਨਾਂ ਨੇ ਸੇਵਾ ਨਿਭਾਈ। ਹਰ ਵੇਲੇ ਧਿਆਨ ਪਰਉਪਕਾਰ ਵੱਲ ਰਹਿੰਦਾ ਸੀ ਵੀ ਕਿਸੇ ਦਾ ਬੁਰਾ ਨਾ ਹੋ ਜੇ, ਬੁੱਢਿਆ ਤੇਰੇ ਕੋਲੋਂ ਕਿਸੇ ਦਾ ਬੁਰਾ ਨਾ ਹੋ ਜੇ, ਬਖਸ਼ਿਆ ਨਹੀਂ ਜਾਏਗਾ। ਜਿਸ ਕਰਕੇ ਗੁਰੂ ਨਾਨਕ ਜੀ ਨੇ ਬ੍ਰਹਮ ਗਿਆਨੀ ਦੀ ਦਾਤ ਬ੍ਰਹਮ ਦੀ ਬਖਸ਼ੀ ਸੀ। ਪਿਆਰਿਓ, ਜਿਸ ਵੇਲੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਾਬਾ ਦਾਤੂ ਜੀ ਹੁਣਾਂ ਨੇ ਬੜਾ ਵਿਰੋਧ ਕੀਤਾ ਗੁਰੂ ਅਮਰਦਾਸ ਜੀ ਦਾ, ਇੱਕ ਦਿਨ ਤਾਂ ਇੱਥੋਂ ਤੱਕ ਕਿ ਬਾਬਾ ਦਾਤੂ ਜੀ ਹੁਣਾਂ ਨੇ, ਜਿਹੜੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਸਨ, ਉਹਨਾਂ ਨੇ ਲੱਤ ਮਾਰੀ ਗੁਰੂ ਅਮਰਦਾਸ ਜੀ ਨੂੰ। ਤੇ ਜਦੋਂ ਗੁਰੂ ਜੀ ਨੂੰ ਲੱਤ ਮਾਰੀ, ਠੁੱਡਾ ਮਾਰਿਆ ਪੈਰ ਦੇ ਨਾਲ, ਤੇ ਗੁਰੂ ਅਮਰਦਾਸ ਜੀ ਨੇ ਪੈਰ ਫੜ ਲਿਆ, ਦਾਤੂ ਜੀ ਦਾ ਪੈਰ ਫੜ ਲਿਆ, ਚਰਨ ਫੜ ਕੇ ਨਾ ਇਦਾਂ ਲੱਗੇ ਹੱਥ ਫੇਰਨ। ਕਹਿੰਦੇ ਬਾਬਾ ਜੀ ਮੇਰਾ ਸਰੀਰ ਬੁੱਢਾ ਆ, ਹੱਡ ਕੈੜੇ ਹੋ ਗਏ ਨੇ, ਤੁਹਾਡਾ ਚਰਨ ਨੇ ਜਿਹੜਾ ਕੋਮਲ ਏ, ਕਿਤੇ ਸੱਟ ਨਾ ਵੱਜ ਗਈ ਹੋਵੇ। ਧੰਨ ਗੁਰੂ ਅਮਰਦਾਸ ਜੀ। ਵੇਖੋ ਜਿਵੇਂ ਫਰੀਦ ਜੀ ਕਹਿੰਦੇ, ਫਰੀਦਾ ਜੋ ਤਹਿ ਮਾਰਨ ਮੁਕੀਆ ਤਿਨਾ ਨਾ ਮਾਰੈ ਘੁੰਮ, ਘਰ ਜਾਈਏ ਪੈਰ ਤਿਨਾ ਦੇ ਚੁੰਮ। ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਤੇ ਬਾਬਾ ਦਾਤੂ ਜੀ ਦੇ ਪੈਰ ਪਲੋਸ ਰਹੇ ਆ ਵੀ ਦਾਤੂ ਜੀ, ਬਾਬਾ ਜੀ ਤੁਹਾਡੇ ਪੈਰ ਤੇ ਸੱਟ ਵੱਜ ਗਈ ਹੋਏਗੀ, ਹੱਡ ਬੜੇ ਕੈੜੇ ਹੋ ਗਏ ਆ, ਬਿਰਧ ਅਵਸਥਾ ਆ। ਇੰਨੀ ਦਇਆ ਗੁਰੂ ਅਮਰਦਾਸ ਜੀ ਦੀ ਨਿਗਾਹ ਦੇ ਅੰਦਰ। ਗੁਰੂ ਜੀ ਆਖਿਰਕਾਰ ਜਦੋਂ ਜ਼ਿਆਦਾ ਵਿਰੋਧ ਹੋਣ ਲੱਗ ਗਿਆ ਤੇ ਮਹਾਰਾਜ ਜੀ ਨੇ ਕਿਸੇ ਨੂੰ ਦੱਸਣ ਤੋਂ ਬਿਨਾ ਆਪਣੇ ਪਿੰਡ ਬਾਸਰ ਕੇ ਆ ਗਏ। ਧੰਨ ਗੁਰੂ ਅਮਰਦਾਸ ਜੀ ਪਿੰਡ ਤੋਂ ਬਾਹਰ ਇੱਕ ਕੋਠਾ ਸੀ, ਉੱਥੇ ਜਾ ਕੇ ਦਰਵਾਜ਼ਾ ਬੰਦ ਕਰਕੇ ਅੰਦਰ ਬਹਿ ਗਏ। ਤੇ ਅਗਲੇ ਦਿਨ ਸੰਗਤਾਂ ਦਰਸ਼ਨ ਕਰਨ ਦੇ ਲਈ ਆਈਆਂ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਵੀ ਬਾਬਾ ਬੁੱਢਾ ਜੀ ਕਿਵੇਂ ਪਰਉਪਕਾਰ ਕਮਾਉਂਦੇ ਆ। ਜਦੋਂ ਸੰਗਤਾਂ ਨੇ ਵੇਖਿਆ ਕਿ ਗੁਰੂ ਅਮਰਦਾਸ ਜੀ ਨਹੀਂ ਹਨ ਇੱਥੇ ਤੇ ਦਰਸ਼ਨ ਨਹੀਂ ਹੋਏ, ਤੇ ਬੜੀਆਂ ਸੰਗਤਾਂ ਵਿਆਕੁਲ ਹੋਈਆਂ, ਬੜੇ ਹਿਰਦੇ ਦੁਖੀ ਹੋਏ, ਬੜੇ ਮਨ ਦੁਖੀ ਹੋਏ ਕਿ ਸਤਿਗੁਰ ਕਿੱਧਰ ਚਲੇ ਗਏ ਆ, ਦੱਸ ਕੇ ਵੀ ਨਹੀਂ ਗਏ। ਸਾਰੀਆਂ ਸੰਗਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕੋਲ ਪਹੁੰਚ ਗਈਆਂ। ਬਾਬਾ ਜੀ ਸਤਿਗੁਰ ਜੀ ਕਿੱਥੇ ਗਏ ਆ, ਕੁਝ ਪਤਾ ਨਹੀਂ।
ਪਰਉਪਕਾਰ ਕਰੋ, ਕਿਰਪਾ ਕਰੋ, ਸਾਨੂੰ ਦਰਸ਼ਨ ਕਰਾਓ ਸਤਿਗੁਰਾਂ ਦੇ। ਮਨ ਬੜਾ ਵਿਆਕੁਲ ਹੋਇਆ ਪਿਆ। ਤੇ ਬਾਬਾ ਬੁੱਢਾ ਜੀ ਨੇ ਸੰਗਤ ਦੀ ਗੱਲ ਸੁਣ ਕੇ ਜਾਣੀ ਜਾਣ ਸਨ ਬਾਬਾ ਬੁੱਢਾ ਜੀ। ਕਿਉਂ? ਕਿਉਂਕਿ ਬ੍ਰਹਮ ਗਿਆਨੀ ਸਨ। ਬ੍ਰਹਮ ਗਿਆਨੀ ਸਭ ਕੁਝ ਜਾਣਦਾ ਹੁੰਦਾ ਆ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਤਾਂ ਇਦਾਂ ਲਿਖਿਆ ਆ ਕਿ ਗੁਰੂ ਜੀ ਜਿੱਥੇ ਗਏ ਸਨ ਨਾ, ਬਾਬਾ ਬੁੱਢਾ ਜੀ ਨੇ ਘੋੜੀ ਨੂੰ ਤੋਰਿਆ, ਘੋੜੀ ਅੱਗੇ ਅੱਗੇ ਜਾਂਦੀ ਏ, ਬਾਬਾ ਬੁੱਢਾ ਜੀ ਪਿੱਛੇ, ਸੰਗਤਾਂ ਪਿੱਛੇ ਆ। ਤੇ ਘੋੜੀ ਉੱਥੇ ਜਾ ਕੇ ਰੋਕੀ ਜਿੱਥੇ ਗੁਰੂ ਅਮਰਦਾਸ ਜੀ ਬੈਠੇ ਸਨ, ਜਿਹੜੇ ਕਮਰੇ ਦੇ ਵਿੱਚ। ਤੇ ਜਿੱਥੇ ਗੁਰੂ ਜੀ ਬੈਠੇ ਸਨ ਅੰਦਰ ਲੁਕ ਕੇ, ਛਿਪ ਕੇ, ਵੀ ਕੋਈ ਇੱਥੇ ਆਏ ਨਾ, ਮੈਨੂੰ ਲੱਭ ਨਾ ਲਏ। ਦਰਵਾਜ਼ੇ ਦੇ ਅੱਗੇ ਲਿਖਿਆ ਸੀ ਕਿ ਜਿਹੜਾ ਇਹ ਬਾਰ ਖੋਲ੍ਹੇਗਾ, ਜਿਹੜਾ ਇਹ ਬੂਹਾ ਖੋਲ੍ਹੇਗਾ, ਉਹ ਮੇਰਾ ਸਿੱਖ ਨਹੀਂ ਹੋਵੇਗਾ ਤੇ ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ। ਬਾਬਾ ਬੁੱਢਾ ਜੀ ਨੇ ਬਚਨ ਪੜ੍ਹਿਆ, ਵੇਖ ਕੇ ਮੁਸਕਰਾ ਪਏ। ਕਿਉਂ ਬਈ? ਕਿਉਂਕਿ ਬ੍ਰਹਮ ਗਿਆਨੀ ਸਨ। ਜਦੋਂ ਸੰਗਤ ਨੇ ਉਹ ਬਚਨ ਪੜ੍ਹਿਆ, ਲਿਖਿਆ ਸੀ ਜਿਹੜਾ ਪੜ੍ਹਿਆ, ਤੇ ਸੰਗਤ ਦੁਖੀ ਹੋਈ ਵੀ ਹੁਣ ਕੀ ਬਣੇਗਾ। ਗੁਰੂ ਜੀ ਨੇ ਤਾਂ ਇਹ ਲਿਖ ਕੇ ਲਾਤਾ ਆ ਵੀ ਜਿਹੜਾ ਅੰਦਰ ਜਾਏਗਾ ਖੋਲ ਕੇ, ਉਹ ਮੇਰਾ ਸਿੱਖ ਨਹੀਂ ਹੋਵੇਗਾ ਤੇ ਅਸੀਂ ਦਰਸ਼ਨ ਕਰਨ ਆਏ ਹਾਂ, ਹੁਣ ਕੀ ਬਣੇਗਾ। ਬਾਬਾ ਜੀ ਕਹਿਣ ਲੱਗੇ, ਸੰਗਤ ਦੀ ਕੋਈ ਗੱਲ ਨਹੀਂ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਗੁਰੂ ਦੀ ਰਮਜ ਬ੍ਰਹਮ ਗਿਆਨੀ ਜਾਣਦਾ ਸੀ। ਬਾਬਾ ਬੁੱਢਾ ਜੀ ਪਿੱਛੇ ਨੂੰ ਗਏ, ਕੰਧ ਦੇ ਵਿੱਚੋਂ ਦੀ ਸੰਨ ਲਾਈ, ਸੰਨ ਲਾ ਕੇ ਅੰਦਰ ਵੜ ਗਏ। ਜਦ ਅੰਦਰ ਵੜੇ, ਗੁਰੂ ਅਮਰਦਾਸ ਜੀ ਚੌਂਕੜਾ ਲਾ ਕੇ ਬੈਠੇ ਸਨ। ਬਾਬਾ ਬੁੱਢਾ ਜੀ ਨੂੰ ਵੇਖ ਕੇ ਮੁਸਕਰਾ ਪਏ। ਪਹਿਲਾਂ ਬਾਬਾ ਜੀ ਨੇ ਮੱਥਾ ਟੇਕਿਆ ਤੇ ਫਿਰ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਜੱਫੀ ਦੇ ਵਿੱਚ ਲੈ ਲਿਆ। ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਅਸੀਂ ਤਾਂ ਲਿਖ ਕੇ ਲਾਇਆ ਸੀ ਤੇ ਤੁਸੀਂ ਤਾਂ ਬਹੁਤ ਖੇਡ ਵਰਤਾਈ ਏ। ਬਾਬਾ ਬੁੱਢਾ ਜੀ ਜਾਣਦੇ ਸਨ, ਕਹਿੰਦੇ ਗੁਰੂ ਜੀ ਸਨ ਤਾਂ ਅਸੀਂ ਲਾ ਹੀ ਸਕਦੇ ਸੀ, ਦਰਸ਼ਨ ਕਰਨ ਆ ਗਏ ਆ, ਸੰਗਤਾਂ ਵਿਆਕੁਲ ਹੋ ਰਹੀਆਂ ਸਨ, ਜਿਸ ਕਰਕੇ ਕਿਰਪਾ ਕਰੋ, ਮਿਹਰ ਕਰੋ। ਤੇ ਜਦੋਂ ਸੰਨ ਲਾ ਕੇ ਬਾਬਾ ਬੁੱਢਾ ਜੀ ਅੰਦਰ ਬੜੇ, ਸੰਗਤਾਂ ਬੜੀਆਂ, ਤੇ ਗੁਰੂ ਜੀ ਨੇ ਬਚਨ ਕੀਤਾ ਸੀ ਜਿਹੜਾ ਇਸ ਸੰਨ ਰਾਹੀਂ ਸਿੱਖ ਅੰਦਰ ਆਏਗਾ ਉਹਦੀ 84 ਕੱਟੀ ਜਾਏਗੀ। ਅੱਜ ਵੀ ਆਪਾਂ ਜਾਂਦੇ ਆ ਉਸ ਜਗ੍ਹਾ ਤੇ, ਦਰਸ਼ਨ ਕਰਦੇ ਆ। ਹਾਲਾਂਕਿ ਅੱਜ ਭਾਵੇਂ ਇੱਕ ਬਾਰੀ ਜੀ ਟਾਈਪ ਬਣਾ ਕੇ ਲਾ ਦਿੱਤਾ ਗਿਆ ਆ, ਪੁਰਾਤਨ ਦਿਖ ਨਹੀਂ ਰਹੀ, ਪਰ ਅਸਥਾਨ ਉਹੀ ਹੈ। ਦਰਸ਼ਨ ਕਰਿਆ ਕਰੋ। ਬਾਬਾ ਬੁੱਢਾ ਜੀ ਨੇ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਪਰਉਪਕਾਰ ਕੀਤਾ ਸੰਗਤਾਂ ਨੂੰ ਦਰਸ਼ਨ ਕਰਾ ਕੇ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਉਤਸ਼ਾਹਤ ਰਹਿੰਦਾ ਹੈ ਬ੍ਰਹਮ ਗਿਆਨੀ ਪਰਉਪਕਾਰ ਦੇ ਲਈ। ਬ੍ਰਹਮ ਗਿਆਨੀ ਕੈ ਨਾਹੀ ਧੰਦਾ। ਬ੍ਰਹਮ ਗਿਆਨੀ ਕਿਸੇ ਵੀ ਧੰਦੇ ਦੇ ਵਿੱਚ ਨਹੀਂ ਪੈਂਦਾ। ਧੰਦਾਕਾਰੀ ਨਹੀਂ ਬ੍ਰਹਮ ਗਿਆਨੀ ਬਣਦਾ। ਪਿਆਰਿਓ, ਬ੍ਰਹਮ ਗਿਆਨੀ ਧਰਮ ਨੂੰ ਧੰਦਾ ਨਹੀਂ ਬਣਾਉਂਦਾ। ਅੱਜ ਵੀ ਬਹੁਤ ਬ੍ਰਹਮ ਗਿਆਨੀ ਆ, ਪਹਿਲਾਂ ਵੀ ਬਹੁਤ ਸਨ। ਨਾਮ ਏ, ਅੱਗੇ ਬ੍ਰਹਮ ਗਿਆਨੀ ਏ, ਪਰ ਅੰਦਰ ਬ੍ਰਹਮ ਦਾ ਗਿਆਨ ਨਹੀਂ। ਗੁਰੂ ਜੀ ਕਹਿੰਦੇ ਇਹ ਹੈ ਹੀ ਨਹੀਂ, ਬਹੁਤ ਘੱਟ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਕਿਸ ਬਿਨ ਕੋਏ। ਇਹੋ ਜਿਹੇ ਬਹੁਤ ਘੱਟ ਨੇ। ਜੇ ਹੋਣਗੇ ਤਾਂ ਗੁਰੂ ਜੀ ਕਹਿੰਦੇ ਕੋਟਨ ਮੈਂ ਨਾਨਕ ਕੋਊ। ਨਾਰਾਇਣ ਜਿਹ ਚੀਤ ਕਰੋੜਾਂ ਚੋਂ ਕੋਈ ਬਿਰਲੇ ਹੀ ਹੋਣਗੇ ਜਿਹੜੇ ਬ੍ਰਹਮ ਗਿਆਨੀ ਹੋਣਗੇ। ਬ੍ਰਹਮ ਗਿਆਨੀ ਕਿਸੇ ਧੰਦੇ 'ਚ ਨਹੀਂ ਪੈਂਦੇ। ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਕਿਸੇ ਵੀ ਜੰਜਾਲ ਦੇ ਵਿੱਚ ਬ੍ਰਹਮ ਗਿਆਨੀ ਨਹੀਂ ਪੈਂਦਾ। ਤੇ ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਜਿਹੜਾ ਮਨ ਹੈ ਨਾ, ਬ੍ਰਹਮ ਗਿਆਨੀ ਨੇ ਆਪਣਾ ਬੰਨਿਆ ਹੁੰਦਾ। ਮਾਣੀ ਧੰਦੇ ਕਰਾਉਂਦਾ, ਮਾਣੀ ਲੜਾਈਆਂ ਕਰਾਉਂਦਾ, ਮਾਣੀ ਝਗੜੇ ਕਰਾਉਂਦਾ, ਮਾਣੀ ਮਹਿਲ ਬਣਾਉਂਦਾ, ਮਾਣੀ ਸਾਰਾ ਕੁਝ ਕਰਾਉਂਦਾ ਆ। ਮਾਣੀ ਭੱਜਿਆ ਫਿਰਦਾ ਸਾਰੇ ਪਾਸੇ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਮਨ ਨੂੰ ਹੀ ਬੰਨ ਲੈਂਦੇ ਆ ਬਸ। ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਜਿਹੜਾ ਮਨ ਭੱਜਣ ਵਾਲਾ ਆ, ਦੌੜਦਾ ਆ ਜਿਹੜਾ ਮਨ, ਉਹਨੂੰ ਬ੍ਰਹਮ ਗਿਆਨੀ ਬੰਨ ਲੈਂਦਾ ਹੈ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ। ਕਹਿੰਦੇ ਜੀ ਬ੍ਰਹਮ ਗਿਆਨੀ ਕੋਲੋਂ ਜੋ ਵੀ ਹੁੰਦਾ ਭਲਾ ਹੀ ਹੁੰਦਾ ਹੈ। ਬ੍ਰਹਮ ਗਿਆਨੀ ਸੋ ਫਲ ਫਲਾ। ਸਤਿਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਹੈ ਨਾ ਜਿਹੜਾ ਸਾਰਾ ਸੰਸਾਰ, ਬ੍ਰਹਮ ਗਿਆਨੀ ਸੋ ਫਲ ਫਲਾ,
ਸ੍ਰੇਸ਼ਟ ਫਲਾਂ ਕਰਕੇ ਬ੍ਰਹਮ ਗਿਆਨੀ ਹੈ ਜਿਹੜਾ ਪ੍ਰਫੁੱਲਤ ਹੁੰਦਾ ਹੈ। ਬ੍ਰਹਮ ਗਿਆਨੀ ਸੰਗ ਸਗਲ ਉਧਾਰ। ਸਤਿਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਦੇ ਨਾਲ ਨਾ ਸਭ ਉਧਾਰ ਹੋ ਜਾਂਦਾ ਜਿਹੜਾ ਵੀ ਉਹਦੇ ਨਾਲ ਜੁੜਦਾ ਹੈ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਕਹਿੰਦੇ ਜੀ ਉਹ ਬ੍ਰਹਮ ਗਿਆਨੀ ਹੈ ਨਾ ਜਿਹੜਾ ਉਹਨੂੰ ਫਿਰ ਸਾਰਾ ਸੰਸਾਰ ਹੀ ਜਪਦਾ ਆ। ਕਿਵੇਂ ਜਪਦਾ ਆ? ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਕੌਣ ਹੈ ਜੀ ਉਹ ਧੰਨ ਧੰਨ ਆਉਣ ਵਾਲਾ? ਉਹ ਬ੍ਰਹਮ ਗਿਆਨੀ ਹੈ, ਉਹ ਸਾਧੂ ਹੈ, ਗੁਰਮੁਖ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਬ੍ਰਹਮ ਗਿਆਨੀ ਦਾ ਸੰਗ ਹੁੰਦਾ ਆ ਤੇ ਬ੍ਰਹਮ ਗਿਆਨੀ ਨੂੰ ਸਾਰੇ ਜਪਦੇ ਹਨ, ਭਾਵ ਕੇ ਚੇਤੇ ਕਰਦੇ ਹਨ। ਬ੍ਰਹਮ ਗਿਆਨੀ ਕੈ ਏਕੈ ਰੰਗ। ਬ੍ਰਹਮ ਗਿਆਨੀ ਦਾ ਜਿਹੜਾ ਮਨ ਹੈ ਨਾ ਕੇਵਲ ਇੱਕ ਦੇ ਰੰਗ ਦੇ ਵਿੱਚ ਹੀ ਰੰਗਿਆ ਰਹਿੰਦਾ ਹਰ ਟਾਈਮ ਹਰ ਸਮੇਂ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਦੇ ਨਾਲ ਪ੍ਰਭੂ ਹੈ ਨਾ ਜਿਹੜਾ ਸਦਾ ਹੀ ਅੰਗ ਸੰਗ ਵਸਦਾ ਆ, ਕਦੇ ਵੀ ਬ੍ਰਹਮ ਗਿਆਨੀ ਤੋਂ ਦੂਰ ਨਹੀਂ ਹੁੰਦਾ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਬ੍ਰਹਮ ਗਿਆਨੀ ਨੂੰ ਨਾਮ ਦਾ ਹੀ ਸਹਾਰਾ ਆ। ਕਿਸੇ ਨੂੰ ਕੋਈ ਸਹਾਰਾ ਹੋਵੇਗਾ, ਕਿਸੇ ਨੂੰ ਕੋਈ ਸਹਾਰਾ ਹੋਵੇਗਾ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਬ੍ਰਹਮ ਗਿਆਨੀ ਦੇ ਮਨ 'ਚ ਇਹ ਹੁੰਦਾ ਆ ਕਿਸੇ ਨੂੰ ਕੋਈ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਸਾਨੂੰ ਤਾਂ ਬਸ ਇੱਕ ਤੇਰਾ ਹੀ ਸਹਾਰਾ ਹੈ। ਬ੍ਰਹਮ ਗਿਆਨੀ ਦੀ ਅਵਸਥਾ ਹੈ। ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਜਿਹੜਾ ਨਾਮ ਜਪਣਾ ਆ ਨਾ, ਨਾਮ ਰੂਪੀ ਧਨ ਨੂੰ ਇਕੱਠਾ ਕਰਨਾ, ਉਹੀ ਬ੍ਰਹਮ ਗਿਆਨੀ ਦਾ ਪਰਿਵਾਰ ਆ। ਸੰਸਾਰੀ ਜੀਵ ਆਪਣਾ ਪਰਿਵਾਰ ਵੇਖ ਕੇ ਖੁਸ਼ ਹੁੰਦਾ ਆ ਕਿ ਮੇਰਾ ਪਰਿਵਾਰ ਬੜਾ ਸੋਹਣਾ ਆ, ਮੇਰੇ ਬੱਚੇ ਆ, ਮੇਰੀ ਘਰਵਾਲੀ ਏ, ਮੇਰੇ ਸਾਕ ਸੰਬੰਧੀ ਮਿੱਤਰ ਦੋਸਤ ਨੇ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਪਰਿਵਾਰ ਹੈ ਨਾ ਜਿਹੜਾ ਉਹ ਹੈ ਹੀ ਕੇਵਲ ਨਾਮ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਹੈ ਨਾ ਸਦਾ ਹੀ ਜਾਗਰਤ ਅਵਸਥਾ ਦੇ ਵਿੱਚ, ਗਿਆਨ ਦੀ ਜਾਗਰਤ ਅਵਸਥਾ ਦੇ ਵਿੱਚ ਜਾਗਦਾ ਰਹਿੰਦਾ ਹੈ। ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਸਤਿਗੁਰੂ ਜੀ ਕਹਿੰਦੇ ਹੰਗਤਾ ਵਾਲੀ ਜਿਹੜੀ ਬੁੱਧੀ ਹੈ ਨਾ ਬ੍ਰਹਮ ਗਿਆਨੀ ਤਿਆਗ ਦਿੰਦਾ ਆ। ਬ੍ਰਹਮ ਗਿਆਨੀ ਦੀ ਬੁੱਧੀ ਹੰਗਤਾ ਵਾਲੀ ਨਹੀਂ ਹੁੰਦੀ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਬ੍ਰਹਮ ਗਿਆਨੀ ਦੇ ਮਨ ਦੇ ਅੰਦਰ ਪਰਮਾਨੰਦ ਦਾ ਵਾਸਾ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਗੁਰੂ ਜੀ ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਨਾ ਉਹਦਾ ਹਿਰਦਾ ਰੂਪੀ ਜਿਹੜਾ ਘਰ ਹੈ ਉਹਦੇ ਵਿੱਚ ਸਦਾ ਹੀ ਖੇੜਾ ਰਹਿੰਦਾ, ਆਨੰਦ ਰਹਿੰਦਾ ਆ। ਆਨੰਦ ਕੀ ਹੈ ਜੀ? ਆਨੰਦ ਗੁਰੂ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਸਾਰੇ ਕਹਿੰਦੇ ਤਾਂ ਫਿਰਦੇ ਆ ਆਨੰਦ ਮਿਲ ਗਿਆ, ਆਨੰਦ ਆ ਗਿਆ, ਆਨੰਦ ਆ ਗਿਆ, ਪਰ ਗੁਰੂ ਜੀ ਕਹਿੰਦੇ ਆਨੰਦ ਤਾਂ ਗੁਰੂ ਕੋਲੋਂ ਮਿਲਦਾ ਆ। ਜਿਹੜਾ ਅਸਲ ਆਨੰਦ ਬ੍ਰਹਮ ਗਿਆਨੀ ਪ੍ਰਾਪਤ ਕਰ ਲੈਂਦਾ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਸਹਿਜ ਆਤਮ ਸੁਖ ਵਿੱਚ ਸਹਿਜ ਦੇ ਵਿੱਚ ਹੀ ਨਿਵਾਸ ਕਰਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ। ਸਤਿਗੁਰੂ ਕਹਿੰਦੇ ਭਾਈ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ। ਬ੍ਰਹਮ ਗਿਆਨੀ ਦਾ ਕਦੇ ਬਿਨਾਸ ਨਹੀਂ ਹੁੰਦਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਹੈ ਨਾ ਜਿਹੜਾ ਬ੍ਰਹਮ ਨੂੰ ਜਾਣਨ ਵਾਲਾ ਆ। ਬ੍ਰਹਮ ਗਿਆਨੀ ਕੌਣ ਹੈ? ਇੱਥੇ ਫਿਰ ਪ੍ਰਸ਼ਨ ਆ ਬ੍ਰਹਮ ਗਿਆਨੀ ਕੌਣ ਹੈ? ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਗਿਆਨੀ ਉਹ ਆ ਜਿਹੜਾ ਬ੍ਰਹਮ ਨੂੰ ਜਾਣਨ ਵਾਲਾ ਹੈ। ਬ੍ਰਹਮ ਗਿਆਨੀ ਏਕ ਸੰਗ ਹੇਤਾ। ਗੁਰੂ ਜੀ ਕਹਿੰਦੇ ਸੁਣਿਓ ਧਿਆਨ ਨਾਲ ਭਾਈ ਬ੍ਰਹਮ ਗਿਆਨੀ ਦਾ ਜਿਹੜਾ ਹੇਤ ਹੈ ਨਾ ਇੱਕ ਨਾਲ ਹੁੰਦਾ ਹੈ, ਕੇਵਲ ਵਾਹਿਗੁਰੂ ਦੇ ਨਾਲ। ਬ੍ਰਹਮ ਗਿਆਨੀ ਕੇਵਲ ਇੱਕ ਨੂੰ ਪਿਆਰ ਕਰਦਾ, ਇੱਕ ਦੇ ਨਾਲ ਹੇਤ ਕਰਦਾ ਹੈ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ। ਬ੍ਰਹਮ ਗਿਆਨੀ ਦਾ ਮਨ ਹੈ ਨਾ ਜਿਹੜਾ ਸਦਾ ਅਚਿੰਤ ਰਹਿੰਦਾ ਹੈ। ਬ੍ਰਹਮ ਗਿਆਨੀ ਕਦੇ ਚਿੰਤਾ ਦੇ ਵਿੱਚ ਨਹੀਂ ਜਾਂਦਾ। ਕਿਉਂ? ਕਿਉਂਕਿ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ ਜੀ, ਸੱਚ ਮਿਲ ਜਾਂਦਾ ਆ। ਬ੍ਰਹਮ ਗਿਆਨੀ ਨੂੰ ਪਤਾ ਲੱਗ ਜਾਂਦਾ ਹੈ ਜਿਹੜੀ ਦੁਨੀਆ ਚਿੰਤਾ ਕਰਦੀ ਫਿਰਦੀ ਤੇ ਗੱਲ ਹੀ ਕੁਝ ਨਹੀਂ। ਇਸ ਕਰਕੇ ਬ੍ਰਹਮ ਗਿਆਨੀ ਅਚਿੰਤ ਰਹਿੰਦਾ ਹੈ।
ਚਿੰਤਾ ਤਾ ਕੀ ਕੀਜੀਐ ਜੋ ਅਨਹੋਣੀ ਹੋਏ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੂੰ ਇਨਸਾਨਾਂ ਕਾਹਦੀ ਚਿੰਤਾ ਕਰਦਾ? ਇਹੋ ਮਾਰਗ ਸੰਸਾਰ ਕੋ, ਇਹ ਸੰਸਾਰ ਦਾ ਇੱਕ ਰਾਹ ਆ, ਇੱਕ ਰੀਤ ਬਣੀ ਹੋਈ ਏ। ਨਾਨਕ ਥਿਰ ਨਹੀਂ ਕੋਏ। ਗੁਰੂ ਜੀ ਕਹਿੰਦੇ ਇੱਥੇ ਕੁਝ ਵੀ ਨਹੀਂ ਰਹਿਣ ਵਾਲਾ, ਤੂੰ ਚਿੰਤਾ ਕਿਹੜੀ ਗੱਲ ਦੀ ਕਰਦਾ? ਕਿਹੜੀ ਗੱਲ ਦੀ ਚਿੰਤਾ ਕਰਦਾ? ਬ੍ਰਹਮ ਗਿਆਨੀ ਕੋਲੋਂ ਸਿੱਖ ਕੇ ਅਚਿੰਤ ਕਿਵੇਂ ਰਿਹਾ ਜਾਂਦਾ? ਗੁਰੂ ਅਰਜਨ ਦੇਵ ਜੀ ਕਹਿੰਦੇ ਬ੍ਰਹਮ ਗਿਆਨੀ ਨੂੰ ਕਿਸੇ ਵੀ ਗੱਲ ਦੀ ਚਿੰਤਾ ਨਹੀਂ। ਦੁਨੀਆ ਚਿੰਤਾ ਕਰਦੀ ਏ ਭੋਜਨ ਦੀ, ਬ੍ਰਹਮ ਗਿਆਨੀ ਨੂੰ ਭੋਜਨ ਦੀ ਚਿੰਤਾ ਨਹੀਂ। ਭਜਨ ਹੀ ਭੋਜਨ ਆ ਬ੍ਰਹਮ ਗਿਆਨੀ ਦਾ। ਬ੍ਰਹਮ ਗਿਆਨੀ ਨੂੰ ਸੁੱਖ ਦੀ ਚਿੰਤਾ ਨਹੀਂ। ਜਿੱਥੇ ਸਿਮਰਨ ਆ ਗਿਆ ਉੱਥੇ ਸੁੱਖ ਆ ਜਾਂਦਾ ਆ। ਇਸ ਕਰਕੇ ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਸਦਾ ਹੀ ਅਚਿੰਤਤਾਈ ਹੋ ਕਰਕੇ ਰਹਿੰਦਾ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਦਾ ਜਿਹੜਾ ਉਪਦੇਸ਼ ਆ ਨਾ, ਮੰਤ ਆ ਜਿਹੜਾ ਕਿਸੇ ਨੂੰ ਸਮਝਾਉਣਾ, ਕਿਸੇ ਨੂੰ ਉਪਦੇਸ਼ ਕਰਨਾ, ਉਹ ਵੀ ਨਿਰਮਲ ਹੈ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ। ਸਤਿਗੁਰੂ ਜੀ ਕਹਿੰਦੇ ਭਾਈ ਜਿਸ ਨੂੰ ਪ੍ਰਭੂ ਆਪ ਕਰਦਾ ਹੈ, ਗੁਰੂ ਭਾਵ ਕਿ ਉਹ ਪ੍ਰਭੂ ਆਪ ਕਿਰਪਾ ਕਰਦਾ ਆ, ਉਹਨੂੰ ਗੁਰੂ ਵਾਹਿਗੁਰੂ ਪਰਮੇਸ਼ਰ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਸਤਿਗੁਰੂ ਕਹਿੰਦੇ ਭਾਈ ਜਿਹਨੂੰ ਇਹ ਅਵਸਥਾ ਮਿਲ ਜਾਂਦੀ ਹੈ ਨਾ, ਉਹਦਾ ਪ੍ਰਤਾਪ ਹੈ ਜਿਹੜਾ ਬੜਾ ਵੱਡਾ ਪ੍ਰਤਾਪ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ। ਕਹਿੰਦੇ ਜੀ ਜਿਹੜਾ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਦਾ ਦਰਸ਼ਨ ਵੀ ਬੜੇ ਵੱਡੇ ਭਾਗਾਂ ਵਾਲੇ ਨੂੰ ਹੁੰਦਾ ਆ। ਵੇਖੋ ਆਮ ਇਨਸਾਨ ਦੀ ਗੱਲ ਗੁਰੂ ਜੀ ਨਹੀਂ ਕਰਦੇ। ਬ੍ਰਹਮ ਗਿਆਨੀ ਦਾ ਦਰਸ਼ਨ ਵੀ ਹੈ ਨਾ ਜਿਹੜਾ, ਉਹ ਵੀ ਵੱਡੇ ਭਾਗਾਂ ਵਾਲਾ ਹੀ ਕਰ ਸਕਦਾ ਹੈ, ਆਮ ਨਹੀਂ ਕਰ ਸਕਦਾ। ਜਿੰਨੇ ਰਹਿਣਾ ਹੀ ਹਰ ਟਾਈਮ ਉਹਦੇ ਨਾਲ ਜੁੜਿਆ ਆ, ਸੁਰਤੀ ਜਿਹਦੀ ਉਹਦੇ ਨਾਲ ਜੁੜੀ ਹੋਈ ਏ। ਤੋਰੀ ਨਾ ਟੁੱਟੈ, ਤੋਰੀ ਨਾ ਟੁੱਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ, ਮੂੰਹ ਲਾਲਣ ਸਿਓ ਪ੍ਰੀਤ ਬਣੀ। ਇਹੋ ਜੀ ਪ੍ਰੀਤ ਬਣ ਗਈ, ਹੁਣ ਨਹੀਂ ਟੁੱਟਣੀ। ਉਹ ਬ੍ਰਹਮ ਗਿਆਨੀਆਂ ਦੀ ਹੈ। ਇੱਕ ਰੂਪ ਹੋ ਜਾਂਦੇ ਆ ਪ੍ਰਭੂ ਦਾ ਤੇ ਬ੍ਰਹਮ ਗਿਆਨੀ ਦਾ, ਇੱਕ ਰੂਪ ਆ। ਗੁਰੂ ਜੀ ਕਹਿੰਦੇ ਭਾਈ ਤਾਂ ਦਰਸ਼ਨ ਵੀ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਹਨ। ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਗੁਰੂ ਜੀ ਕਹਿੰਦੇ ਐਸੇ ਬ੍ਰਹਮ ਗਿਆਨੀ ਤੋਂ ਬਲ ਜਾਵਾਂ ਮੈਂ ਤਾਂ, ਬਲਿਹਾਰੇ ਜਾਵਾਂ ਇਹੋ ਜਿਹੇ ਬ੍ਰਹਮ ਗਿਆਨੀ ਤੋਂ, ਜਿਨ੍ਹਾਂ ਨੇ ਇੰਨਾ ਗਿਆਨ ਹਾਸਲ ਕੀਤਾ ਆ। ਸਭ ਦਾ ਭਲਾ ਸੋਚਦਾ ਹੈ ਜਿਹੜਾ ਬ੍ਰਹਮ ਗਿਆਨੀ, ਸਭ ਤੇ ਪਰਉਪਕਾਰ ਕਰਦਾ ਆ ਜਿਹੜਾ ਬ੍ਰਹਮ ਗਿਆਨੀ, ਜਿਹਦੀ ਸੰਗਤ ਵੀ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਗੁਰੂ ਜੀ ਕਹਿੰਦੇ ਪਿਆਰਿਓ ਅਸੀਂ ਵੀ ਬਲ ਜਾਂਦੇ ਹਾਂ। ਬ੍ਰਹਮ ਗਿਆਨੀ ਕੋ ਖੋਜੈ ਹੈ ਮਹੇਸ਼ਵਰ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਹੈ ਨਾ ਜਿਹੜਾ, ਐਵੇਂ ਨਹੀਂ ਮਿਲ ਜਾਂਦਾ। ਮਹੇਸ਼ਵਰ ਭਾਵ ਕੇ ਮਹੇਸ਼ਵਰ ਧਰਤੀ ਦੇ ਰਾਜੇ ਨੇ ਨਾ ਜਿਹੜੇ, ਮਹੇਸ਼ਵਰ ਧਰਤੀ ਦੇ ਰਾਜੇ ਆ ਜਿਹੜੇ, ਉਹ ਵੀ ਬ੍ਰਹਮ ਗਿਆਨੀ ਨੂੰ ਲੱਭਦੇ ਫਿਰਦੇ ਆ। ਕਿਤੇ ਬ੍ਰਹਮ ਗਿਆਨੀ ਮਿਲ ਜੇ, ਕਿਤੇ ਰੱਬ ਦਾ ਪਿਆਰਾ ਮਿਲ ਜੇ, ਦਰਸ਼ਨ ਕਰਕੇ ਅਸੀਂ ਵੀ ਤਰ ਜਾਈਏ, ਅਸੀਂ ਵੀ ਸਫਲ ਹੋ ਜਾਈਏ। ਬ੍ਰਹਮ ਗਿਆਨੀ ਕਉ ਖੋਜਹਿ ਮਹੇਸ਼ਵਰ। ਬ੍ਰਹਮ ਗਿਆਨੀ ਨੂੰ ਸ਼ਿਵ ਜੀ ਵਰਗੇ ਆਦਿਕ ਦੇਵਤੇ ਆ ਜਿਹੜੇ, ਉਹ ਵੀ ਲੱਭਦੇ ਫਿਰਦੇ ਹਨ। ਨਾਨਕ ਬ੍ਰਹਮ ਗਿਆਨੀ ਆ ਭਾਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਰੂਪ ਹਨ। ਬ੍ਰਹਮ ਗਿਆਨੀ ਹੈ ਨਾ ਜਿਹੜਾ, ਆਪ ਪਰਮੇਸ਼ਰ ਦਾ ਰੂਪ ਹੁੰਦੇ ਹਨ। ਬ੍ਰਹਮ ਗਿਆਨੀ ਕੀ ਕੀਮਤ ਨਾਹੀ। ਸਤਿਗੁਰ ਕਹਿੰਦੇ ਭਾਈ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਹੁਣ ਜਿਹੜਾ ਬ੍ਰਹਮ ਗਿਆਨੀ ਹੈ ਹੀ ਪਰਮੇਸ਼ਰ ਦਾ ਰੂਪ, ਹਰੀ ਦੇ ਵਰਗਾ ਹੀ ਰੂਪ ਬਣ ਗਿਆ, ਗੁਰੂ ਜੀ ਕਹਿੰਦੇ ਉਹਦੀ ਕੀਮਤ ਕੀ ਪਏਗੀ? ਬ੍ਰਹਮ ਗਿਆਨੀ ਦੀ ਕੀਮਤ ਨਹੀਂ ਪੈ ਸਕਦੀ, ਕਿਉਂਕਿ ਬ੍ਰਹਮ ਗਿਆਨੀ ਦਾ ਤੇ ਪਰਮੇਸ਼ਰ ਦਾ ਇੱਕ ਰੂਪ ਹੈ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ। ਗੁਰੂ ਜੀ ਕਹਿੰਦੇ ਸਾਰਾ ਗਿਆਨ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਵਸਦਾ ਆ, ਸਾਰੀ ਸ੍ਰਿਸ਼ਟੀ ਦਾ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ। ਬ੍ਰਹਮ ਗਿਆਨੀ ਦੇ ਮਨ ਦੇ ਅੰਦਰ ਆ ਸਾਰਾ ਕੁਝ, ਮਨ ਦੇ ਅੰਦਰ ਨੇ ਸ਼ੁਭ ਗੁਣ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਕਾ
ਕੌਣ ਜਾਣੈ ਭੇਦ। ਕੌਣ ਭੇਤ ਸਮਝ ਸਕਦਾ ਆ ਬ੍ਰਹਮ ਗਿਆਨੀ ਦਾ, ਦੱਸੋ ਖਾਂ ਕੌਣ ਸਮਝ ਸਕਦਾ ਹੈ। ਬ੍ਰਹਮ ਗਿਆਨੀ ਕੋ ਸਦਾ ਆਦੇਸ। ਕਹਿੰਦੇ ਜੀ ਜਿਹਦਾ ਭੇਦ ਨਾ ਸਮਝਿਆ ਜਾਏ, ਜਿਸ ਠਾਕੁਰ ਸਿਓ ਨਾ ਹੀ ਚਾਰਾ। ਜਿਹਦਾ ਭੇਦ ਨਾ ਸਮਝਿਆ ਜਾਏ, ਜਿਹਦਾ ਹੈ ਹੀ ਇੱਕ ਰੂਪ ਆ, ਪ੍ਰਭੂ ਵਰਗਾ ਹੀ ਰੂਪ ਏ, ਇੱਕ ਸਰੂਪ ਏ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਕਉ ਸਦਾ ਆਦੇਸ। ਇਹੋ ਜੇ ਰੱਬ ਦੇ ਪਿਆਰੇ ਨੂੰ ਸਦਾ ਨਮਸਕਾਰ ਕਰਨੀ ਚਾਹੀਦੀ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਿਰ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਵਡਿਆਈ ਦੇ ਵਿੱਚ ਬ੍ਰਹਮ ਗਿਆਨੀ ਦਾ ਜਿਹੜਾ ਨਾਮ ਹੈ ਨਾ, ਅੱਧਾ ਅੱਖਰ ਵੀ ਨਹੀਂ ਆਪਾਂ ਕਹਿ ਸਕਦੇ। ਵਡਿਆਈ ਵਾਸਤੇ ਬ੍ਰਹਮ ਗਿਆਨੀ ਦੀ ਵਡਿਆਈ ਦੇ ਲਈ ਅੱਧਾ ਅੱਖਰ ਵੀ ਨਹੀਂ ਕਹਿ ਸਕਦੇ, ਭਾਵ ਕਿ ਥੋੜੀ ਜਿੰਨੀ ਵੀ ਆਪਾਂ ਉਪਮਾ ਆ ਨਹੀਂ ਕਰ ਸਕਦੇ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਕਿਉਂਕਿ ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਹੈ ਨਾ ਜਿਹੜਾ, ਉਹ ਸਾਰਿਆਂ ਦਾ ਹੀ ਠਾਕੁਰ ਹੈ, ਸਾਰਿਆਂ ਦਾ ਹੀ ਮਾਲਕ ਹੈ। ਕਿਉਂਕਿ ਇੱਕ ਰੂਪ ਆ ਅਕਾਲ ਪੁਰਖ ਦਾ, ਪਰਮੇਸ਼ਰ ਦਾ, ਜਿਸ ਕਰਕੇ ਬ੍ਰਹਮ ਗਿਆਨੀ ਸਭ ਦਾ ਠਾਕੁਰ ਹੈ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਦੀ ਮਰਿਆਦਾ ਆ, ਜਿਹੜਾ ਮਿਤ ਮਰਿਆਦਾ ਆ ਜਿਹੜੀ, ਕੌਣ ਬਖਾਨੈ। ਦੱਸੋ ਖਾਂ ਕੌਣ ਬਖਿਆਨ ਕਰ ਸਕਦਾ ਹੈ ਬ੍ਰਹਮ ਗਿਆਨੀ ਦੀ ਮਰਿਆਦਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਸਤਿਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਦੀ ਜਿਹੜੀ ਗਤੀ ਹੈ ਨਾ, ਉਹ ਬ੍ਰਹਮ ਗਿਆਨੀ ਉਹ ਸਮਝ ਸਕਦਾ ਆ, ਆਪ ਹੀ ਸਮਝ ਸਕਦਾ। ਭਾਵ ਕਿ ਕੋਈ ਇਹ ਨਹੀਂ ਕਿ ਦੂਜਾ ਕੋਈ ਉੱਠੇ ਤੇ ਉਹ ਕਹੇ ਇਹ ਗੱਲ ਬਾਰੇ, ਬ੍ਰਹਮ ਗਿਆਨੀ ਬਾਰੇ। ਗੁਰੂ ਜੀ ਕਹਿੰਦੇ ਆਮ ਇਨਸਾਨ ਬ੍ਰਹਮ ਗਿਆਨੀ ਦੀ ਗਤ ਮਰਿਆਦਾ ਗਤੀ ਨੂੰ ਨਹੀਂ ਸਮਝ ਸਕਦਾ। ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਆਪਣੀ ਗਤ ਨੂੰ ਆਪ ਹੀ ਜਾਣਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਬ੍ਰਹਮ ਗਿਆਨੀ ਦਾ ਜਿਹੜਾ ਪਾਰਾਵਾਰ ਆ ਨਾ, ਅੰਤ ਨਹੀਂ ਪਾ ਸਕਦੇ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਗੁਰੂ ਜੀ ਕਹਿੰਦੇ ਭਾਈ ਐਸੇ ਬ੍ਰਹਮ ਗਿਆਨੀ ਨੂੰ ਤਾਂ ਮੈਂ ਵੀ ਸਦਾ ਨਮਸਕਾਰ ਕਰਦਾ। ਸਦਾ ਹੀ ਨਮਸਕਾਰ ਹੈ ਐਸੇ ਬ੍ਰਹਮ ਗਿਆਨੀ ਨੂੰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਗੁਰੂ ਜੀ ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਨਾ, ਸਭ ਸ੍ਰਿਸ਼ਟ ਕਾ ਕਰਤਾ, ਸਾਰੀ ਸ੍ਰਿਸ਼ਟ ਦਾ ਕਰਤਾ, ਰਚਨਹਾਰਾ ਵੀ ਬ੍ਰਹਮ ਗਿਆਨੀ ਹੈ। ਕਿਉਂਕਿ ਇੱਕ ਰੂਪ ਦੀ ਗੱਲ ਹੋ ਗਈ ਨਾ, ਜਿਸ ਕਰਕੇ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਹੀ ਹੈ ਜਿਹੜਾ ਸਭ ਸ੍ਰਿਸ਼ਟੀ ਦਾ ਰਚਨਹਾਰ ਆ। ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਬ੍ਰਹਮ ਗਿਆਨੀ ਕਿਹਨੂੰ ਕਿਹਾ ਜਾ ਰਿਹਾ ਆ। ਬ੍ਰਹਮ ਗਿਆਨੀ ਕਿਸੇ ਇਨਸਾਨ ਦਾ ਨਾਮ ਨਹੀਂ, ਬ੍ਰਹਮ ਗਿਆਨੀ ਕਿਸੇ ਵਿਅਕਤੀ ਦਾ ਨਾਮ ਨਹੀਂ, ਬ੍ਰਹਮ ਗਿਆਨੀ ਕਿਸੇ ਆਮ ਬੰਦੇ ਨੂੰ ਨਹੀਂ ਕਿਹਾ ਗਿਆ। ਬ੍ਰਹਮ ਗਿਆਨੀ ਦੇ ਲੱਛਣ ਸਾਰੇ ਵਰਣਨ ਗੁਰੂ ਜੀ ਨੇ ਕੀਤੇ ਆ, ਉਹ ਬ੍ਰਹਮ ਗਿਆਨੀ ਹੈ ਜਿਹਦੇ ਅੰਦਰ ਇਹ ਸਾਰੇ ਗੁਣ ਆ, ਜਿਹਦੇ ਅੰਦਰ ਇਹ ਸਾਰੇ ਲੱਛਣ ਦਿਸ ਰਹੇ ਨੇ। ਗੁਰੂ ਜੀ ਕਹਿੰਦੇ ਭਾਈ ਉਹ ਬ੍ਰਹਮ ਗਿਆਨੀ ਹੈ। ਉਹਦਾ ਤੇ ਪਰਮੇਸ਼ਰ ਦਾ ਇੱਕ ਰੂਪ ਆ, ਜਿਸ ਕਰਕੇ ਸ੍ਰਿਸ਼ਟੀ ਵੀ ਰਚਨਹਾਰ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਗੁਰੂ ਜੀ ਕਹਿੰਦੇ ਬ੍ਰਹਮ ਦਾ ਗਿਆਨ ਹੈ ਨਾ ਜਿਹੜਾ, ਉਹ ਸਦਾ ਹੀ ਜਿਉਂਦਾ ਹੈ, ਤੇ ਜਿਹੜਾ ਹਾਸਲ ਕਰ ਲੈਂਦਾ ਉਹ ਵੀ ਸਦਾ ਜਿਉਂਦਾ ਹੈ। ਉਹ ਕਦੇ ਨਹੀਂ ਮਰਦਾ, ਨਹੀਂ ਮਰਦਾ, ਨਹੀਂ ਮਰਦਾ, ਨਾਸ ਨਹੀਂ ਹੁੰਦਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀਅ ਕਾ ਦਾਤਾ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਜੀਵਾਂ ਨੂੰ ਮੁਕਤੀ ਦੀ ਜੁਗਤੀ ਦਾ ਦਾਤਾ ਆ। ਬ੍ਰਹਮ ਗਿਆਨੀ ਕੇ ਜੀਵ ਦੀ ਮੁਕਤੀ ਕਿਵੇਂ ਹੋਣੀ ਹੈ, ਇਹ ਜੁਗਤੀਆਂ ਦਾ ਦਾਤਾ ਵੀ ਬ੍ਰਹਮ ਗਿਆਨੀ ਹੈ। ਪਰਮੇਸ਼ਰ ਨੇ ਇਹ ਵੀ ਜੁਗਤੀਆਂ ਬ੍ਰਹਮ ਗਿਆਨੀ ਨੂੰ ਦਿੱਤੀਆਂ ਹਨ। ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਪੂਰਨ ਅਕਾਲ ਪੁਰਖ ਦਾ ਹੀ ਰੂਪ ਹੈ। ਬ੍ਰਹਮ ਗਿਆਨੀ ਹੈ ਨਾ ਜਿਹੜਾ ਪੂਰਨ, ਭਾਵ ਕਿ ਅਧੂਰਾ ਨਹੀਂ, ਪੂਰਾ ਆ, ਜਿਸ ਕਰਕੇ ਉਸ ਦਾ ਹੀ ਇੱਕ ਰੂਪ ਹੈ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਗੁਰੂ ਜੀ ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹ ਅਨਾਥ ਦਾ ਵੀ ਨਾਥ ਆ, ਯਤੀਮ ਦਾ ਸਹਾਰਾ ਆ। ਬ੍ਰਹਮ ਗਿਆਨੀ ਜਿਹਦਾ ਕੋਈ ਨਹੀਂ ਨਾ ਬਣਦਾ, ਉਹਦਾ ਬ੍ਰਹਮ ਗਿਆਨੀ ਬਣ ਜਾਂਦਾ ਆ। ਜਿਹਦਾ ਕੋਈ ਨਹੀਂ ਨਾ ਬਣਦਾ, ਉਹਦਾ ਬਾਬਾ ਬੁੱਢਾ ਜੀ ਬਣ ਜਾਂਦਾ ਆ। ਜਿਹਨੂੰ ਕਿਤੋਂ ਦਾਤ ਨਹੀਂ ਮਿਲਦੀ, ਬਾਬਾ ਬੁੱਢਾ ਜੀ ਅੱਜ ਵੀ ਦਾਤਾਂ ਦਿੰਦੇ ਆ। ਹੁਣ ਕਈ ਇੱਥੇ ਤਰਕ ਕਰਦੇ ਆ ਪਿਆਰਿਓ,
ਪਰ ਇੱਥੇ ਜੇ ਇਤਿਹਾਸ ਪੜ੍ਹੀਏ ਜਾਂ ਬਾਣੀ ਪੜ੍ਹੀਏ ਸਮਝੀਏ ਤਾਂ ਸਮਝ ਆਉਂਦੀ ਏ, ਇਕੱਲੀ ਤਰਕ ਨਾਲ ਗੱਲ ਨਹੀਂ ਬਣਨੀ। ਹੁਣ ਕਈ ਕਹਿੰਦੇ ਜੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਕੋਲ ਪੁੱਤਰ ਲੈਣ ਲਈ ਕਿਉਂ ਘੱਲਿਆ? ਗੁਰੂ ਜੀ ਤੇ ਸ਼ੰਕਾ, ਤਰਕ ਕੀਤਾ। ਹਾਲਾਂਕਿ ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਗਿਆਨੀ ਨੂੰ ਵਡਿਆਈ ਬਖਸ਼ਣੀ ਸੀ। ਇੱਥੇ ਵੀ ਹੁਣ ਤਰਕ ਕਰਨਗੇ ਕਰਨ ਵਾਲੇ ਕਿ ਵਜ਼ੀਰ ਖਾਂ ਹੁੰਦਾ ਆ ਜਿਹੜਾ ਜਹਾਂਗੀਰ ਦਾ ਹਕੀਮ ਹੈ, ਜਿਹੜੀਆਂ ਉਹਦੀਆਂ ਬੇਗਮਾਂ ਸਨ ਉਹਨਾਂ ਦਾ ਹਕੀਮ ਸੀ, ਜਿਹੜਾ ਆਪ ਹਕੀਮ ਸੀ, ਜਿਹੜਾ ਵਜ਼ੀਰ ਖਾਂ ਸੂਬੇ ਆਪਣਾ ਸਰਹੰਦ ਦਾ ਸੂਬੇਦਾਰ ਨਾ ਸਮਝੋ, ਵਜ਼ੀਰ ਖਾਂ ਦੂਸਰਾ ਸੀ। ਉਹ ਆਉਂਦਾ ਆ ਜਲੋਧਰ ਦਾ ਰੋਗ ਚਿਮੜਿਆ ਹੋਇਆ, ਤੜਫਦਾ ਹੈ ਰੋਜ਼ ਪੈ ਕੇ, ਤੇ ਇੱਕ ਸਿੱਖ ਹੈ ਜਿਹੜਾ ਉਹ ਰੋਜ਼ ਉਹਦੇ ਘਰ ਦੇ ਅੱਗੋਂ ਦੀ ਹਵੇਲੀ ਦੇ ਅੱਗੋਂ ਦੀ ਲੰਘਦਾ ਹੈ ਤੇ ਬਾਣੀ ਪੜ੍ਹਦਾ ਜਾਂਦਾ ਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖਮਨੀ ਸਾਹਿਬ ਦੀ ਬਾਣੀ ਜਿਹਦੀ ਕਥਾ ਚੱਲ ਰਹੀ ਹੈ। ਤੇ ਜਦੋਂ ਵਜ਼ੀਰ ਖਾਨ ਦੇ ਕੰਨਾਂ ਦੇ ਵਿੱਚ ਉਸ ਬਾਣੀ ਦੀ ਆਵਾਜ਼ ਪੈਂਦੀ ਹੈ ਤੇ ਜਦੋਂ ਉਹਨੂੰ ਸੁਣਦਾ ਆ ਨਾ ਕੰਨਾਂ ਦੇ ਨਾਲ ਸੁਖਮਨੀ ਸਾਹਿਬ ਦੀ ਬਾਣੀ, ਤੇ ਵਜ਼ੀਰ ਖਾਨ ਨੂੰ ਸੁੱਖ ਮਹਿਸੂਸ ਹੁੰਦਾ ਆ, ਸੁੱਖ ਮਲੂਮ ਹੁੰਦਾ ਆ। ਸ਼ਰਧਾ ਦੇ ਨਾਲ ਤੱਕਿਓ ਜਰਾ, ਸ਼ਰਧਾ ਦੇ ਨਾਲ ਵੇਖਿਓ। ਤੇ ਕਹਿੰਦੇ ਜੀ ਵਜ਼ੀਰ ਖਾਨ ਨੇ ਸਿੱਖ ਨੂੰ ਬੁਲਾ ਲਿਆ ਕਿ ਸਿੱਖਾ ਜਿਹੜੀ ਬਾਣੀ ਪੜ੍ਹਦਾ ਜਾਂਦਾ ਹੈ ਨਾ, ਮੈਂ ਇਲਾਜ ਕਰਾ ਰਿਹਾ, ਮੈਂ ਠੀਕ ਨਹੀਂ ਹੁੰਦਾ, ਹਾਲਾਂਕਿ ਆਪ ਹਕੀਮ ਸੀ। ਤੂੰ ਐ ਕਰਿਆ ਕਰ ਸਿੱਖਾ, ਮੇਰੇ ਕੋਲ ਬਹਿ ਕੇ ਬਾਣੀ ਪੜ੍ਹਿਆ ਕਰ। ਉਹ ਸਿੱਖ ਰੋਜ਼ ਬਾਣੀ ਪੜ੍ਹਦਾ ਹੈ ਸੁਖਮਨੀ ਸਾਹਿਬ ਦਾ, ਜਿੰਨੀ ਦੇਰ ਸੁਖਮਨੀ ਸਾਹਿਬ ਦਾ ਜਾਪ ਹੁੰਦਾ ਆ ਸੁਣਦਾ ਵਜ਼ੀਰ ਖਾਂ ਤੇ ਸੁਖੀ ਰਹਿੰਦਾ ਆ। ਇੱਕ ਦਿਨ ਵਜ਼ੀਰ ਖਾਂ ਕਹਿਣ ਲੱਗਾ ਗੁਰੂ ਦਿਆ ਸਿੱਖਾ, ਇਹ ਕਲਾਮ ਹੈ ਜਿਹਦੀ ਲਿਖੀ ਹੋਈ ਬਾਣੀ, ਉਹਦੇ ਦਰਸ਼ਨ ਕਰਾ। ਜਿਹਦੀ ਬਾਣੀ ਦੇ ਵਿੱਚ ਇੰਨੀ ਤਾਕਤ ਆ, ਜਿਹਦੀ ਬਾਣੀ ਦੇ ਵਿੱਚ ਇੰਨੀ ਪਾਵਰ ਹੈ ਕਿ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਬਾਣੀ ਸੁਣਨ ਕਰਕੇ ਦੁੱਖ ਦੂਰ ਹੁੰਦੇ ਆ, ਮੈਂ ਸੁੱਖ ਰਾਹਤ ਮਹਿਸੂਸ ਕਰਦਾ, ਉਹਦੇ 'ਚ ਕਿੰਨੀ ਪਾਵਰ ਹੋਵੇਗੀ, ਲਿਖਣ ਵਾਲੇ 'ਚ ਕਿੰਨੀ ਪਾਵਰ ਹੋਵੇਗੀ। ਉਹ ਸਿੱਖ ਵਜ਼ੀਰ ਖਾਂ ਨੂੰ ਇਤਿਹਾਸ 'ਚ ਜ਼ਿਕਰ ਆਉਂਦਾ ਆ ਕਿ ਤੜਫਦੇ ਨੂੰ ਲੈ ਕੇ ਗਏ ਸਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਤੜਫਦੇ ਨੂੰ ਲੈ ਕੇ ਗਏ ਸਨ, ਪੀੜਾ ਦੇ ਨਾਲ ਤੰਗ ਸੀ, ਜਲੋਧਰ ਦੇ ਰੋਗ ਦੇ ਨਾਲ। ਇਉਂ ਵੀ ਕਿਹਾ ਆ ਕਿ ਮੰਜੇ ਤੇ ਪਾ ਕੇ ਲੈ ਕੇ ਗਏ ਸਨ। ਗੁਰੂ ਜੀ ਕੋਲ ਜਾ ਕੇ ਕਿਹਾ ਮਹਾਰਾਜ ਇਹ ਵਜ਼ੀਰ ਖਾਂ ਆ, ਜਹਾਂਗੀਰ ਦਾ ਹਕੀਮ ਹੈ, ਵੈਦ ਏ। ਮਹਾਰਾਜ ਕਹਿੰਦੇ ਕੀ ਗੱਲ ਹੈ? ਕਹਿੰਦੇ ਜੀ ਇਹਨੂੰ ਜਲੋਧਰ ਦਾ ਰੋਗ ਆ, ਸੇਵਾ ਚੱਲਦੀ ਪਈ ਸੀ ਹਰਿਮੰਦਰ ਸਾਹਿਬ ਦੀ, ਇਸ਼ਾਰਾ ਕਰ ਦਿੱਤਾ ਕਿ ਇਹਨੂੰ ਅੱਗੇ ਕਰ ਦੋ, ਉਹ ਬਾਬਾ ਬੁੱਢਾ ਜੀ ਆ ਰਹੇ ਆ, ਇਹਦਾ ਇਲਾਜ ਉਹ ਕਰਨਗੇ। ਹੁਣ ਇੱਥੇ ਵੀ ਆਪਾਂ ਤਰਕ ਕਰਾਂਗੇ, ਕੀ ਗੱਲ ਗੁਰੂ ਅਰਜਨ ਦੇਵ ਆਪ ਨਹੀਂ ਸਨ ਕਰ ਸਕਦੇ ਵਜ਼ੀਰ ਖਾਨ ਦਾ ਇਲਾਜ? ਕਰ ਸਕਦੇ ਸਨ, ਕਰ ਸਕਦੇ ਸਨ, ਸਾਰਾ ਕੁਝ ਸੀ ਗੁਰੂ ਅਰਜਨ ਦੇਵ ਜੀ ਕੋਲ, ਪਰ ਆਪਣੇ ਸੇਵਕ ਨੂੰ ਵਡਿਆਈ ਦੇਣੀ ਸੀ। ਬਾਬਾ ਬੁੱਢਾ ਜੀ ਕੋਲ ਘੱਲਿਆ। ਬਾਬਾ ਬੁੱਢਾ ਜੀ ਕਹਿਣ ਲੱਗੇ ਭਾਈ ਕੀ ਗੱਲ, ਕਿਉਂ ਤੜਫਦਾ, ਕੀ ਹੋਇਆ? ਤੇ ਬ੍ਰਹਮ ਗਿਆਨੀ ਨੇ ਬਚਨ ਹੀ ਕਰਨਾ ਸੀ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਉਹ ਪੈਣੀ ਸੀ। ਦੱਸਿਆ ਜੀ ਜਲੋਧਰ ਦਾ ਰੋਗ ਆ। ਕਹਿੰਦੇ ਜਿਹੜਾ ਟੋਕਰਾ ਲੈ ਕੇ ਆਏ ਸਨ ਬਾਬਾ ਬੁੱਢਾ ਜੀ, ਚੱਕਿਆ ਹੋਇਆ ਸੀ ਸਿਰ ਤੇ, ਉਹ ਜਿਹੜਾ ਵਜ਼ੀਰ ਖਾਂ ਪਿਆ ਹੋਇਆ ਸੀ ਉਹਦੇ ਉੱਪਰ ਮਾਰਿਆ ਪੇਟ ਤੇ, ਜਿਹੜਾ ਜਲੋਧਰ ਦਾ ਰੋਗ ਸੀ ਸਾਰਾ ਬਾਹਰ ਨਿਕਲ ਗਿਆ, ਖਤਮ ਹੋ ਗਿਆ, ਤੇ ਵਜ਼ੀਰ ਖਾਂ ਬਿਲਕੁਲ ਤੰਦਰੁਸਤ ਹੋ ਗਿਆ। ਇਹ ਰੋਗ ਗੁਰੂ ਅਰਜਨ ਦੇਵ ਵੀ ਠੀਕ ਕਰ ਸਕਦੇ ਸਨ, ਪਰ ਵਡਿਆਈ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੂੰ ਬਖਸ਼ੀ। ਹੈਡ ਗ੍ਰੰਥੀ ਗੁਰੂ ਅਰਜਨ ਦੇਵ ਜੀ ਵੀ ਹੋਰ ਕਿਸੇ ਨੂੰ ਲਾ ਸਕਦੇ ਸਨ, ਆਪ ਵੀ ਪਹਿਲੇ ਪ੍ਰਕਾਸ਼ ਤੇ ਆਰੰਭ ਦੇ ਵਿੱਚ ਹੁਕਮਨਾਮਾ ਲੈ ਸਕਦੇ ਸਨ, ਪਰ ਵਡਿਆਈ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਬਖਸ਼ੀ। ਪੁੱਤਰਾਂ ਦੇ ਦਾਤੇ ਆਪ ਵੀ ਸਨ ਗੁਰੂ ਅਰਜਨ ਦੇਵ ਜੀ, ਪਰ ਮਾਤਾ ਗੰਗਾ ਜੀ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕੋਲ ਘੱਲਿਆ ਕਿ ਸਿੱਖ ਨੂੰ ਵਡਿਆਈ ਦੇਣੀ ਹੈ, ਬ੍ਰਹਮ ਗਿਆਨੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਸੇਵਾ ਨਿਭਾ ਰਹੇ ਹਾਂ ਗੁਰਤਾ ਗੱਦੀ ਦੀ। ਪਿਆਰਿਓ, ਹਰੇਕ ਗੱਲ ਤਰਕ ਦੇ ਨਾਲ ਨਹੀਂ, ਹਰੇਕ ਗੱਲ ਇਸ ਨਜ਼ਰੀਏ ਨਾਲ ਨਾ ਦੇਖਿਆ ਕਰੀਏ, ਤਰਕ ਦੀ ਨਿਗਾਹ ਨਾਲ ਨਾ ਦੇਖਿਓ, ਸ਼ਰਧਾ ਨਾਲ ਜਰਾ ਦੇਖੋ, ਸਾਰੇ ਰੋਗ ਮਿਟ ਜਾਂਦੇ ਆ। ਗੁਰੂ ਜੀ ਕੀ ਕਹਿੰਦੇ ਆ ਕਿ ਬ੍ਰਹਮ ਗਿਆਨੀ ਹੈ ਨਾ ਜਿਹੜਾ, ਉਹ ਇੱਕ ਰੂਪ ਆ, ਉਹ
ਅਨਾਥਾਂ ਦਾ ਵੀ ਨਾਥ ਹੈ, ਸਭ ਦਾ ਭਲਾ ਕਰਦਾ, ਸਭ ਦਾ ਸਹਾਰਾ ਹੈ। ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਦਾ ਸਾਰਿਆਂ ਦੇ ਉੱਤੇ ਹੱਥ ਹੁੰਦਾ ਇਕਸਾਰ। ਜਿਵੇਂ ਬਾਬਾ ਬੁੱਢਾ ਜੀ ਨੇ ਵਜ਼ੀਰ ਖਾਨ ਦੇ ਸਿਰ ਤੇ ਵੀ ਹੱਥ ਰੱਖਿਆ ਤੇ ਠੀਕ ਕੀਤਾ, ਤੇ ਵਜ਼ੀਰ ਖਾਨ ਸਦਾ ਲਈ ਸ਼ਰਧਾਲੂ ਬਣ ਗਿਆ ਸੀ ਗੁਰੂ ਜੀ ਦਾ। ਅਤੇ ਇਤਿਹਾਸ ਲੰਮਾ ਆ, ਕਦੇ ਫੇਰ ਕਥਾ ਦੇ ਵਿੱਚ ਆਉਂਦਿਆਂ ਦਰਸਾਵਾਂਗੇ, ਵਿਚਾਰ ਕਰਾਂਗੇ ਵਜ਼ੀਰ ਖਾਨ ਜੀ ਦੇ ਇਤਿਹਾਸ ਦੀ। ਕਹਿੰਦੇ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਸਾਰਿਆਂ ਦੇ ਉੱਤੇ ਬ੍ਰਹਮ ਗਿਆਨੀ ਹੈ ਜਿਹੜਾ ਹੱਥ ਧਰਦੇ ਆ, ਭਾਵ ਕਿ ਸਹਾਈ ਹੁੰਦੇ ਹਨ। ਬ੍ਰਹਮ ਗਿਆਨੀ ਕਾ ਸਗਲ ਆਕਾਰ। ਗੁਰੂ ਜੀ ਕਹਿੰਦੇ ਭਾਈ ਇਹ ਸਾਰਾ ਆਕਾਰ ਹੀ ਬ੍ਰਹਮ ਗਿਆਨੀ ਦਾ ਆ, ਬ੍ਰਹਮ ਦਾ ਹੀ ਆਕਾਰ ਰਚਿਆ ਹੋਇਆ ਆ, ਉਹਦਾ ਹੀ ਗਿਆਨ ਫੈਲਿਆ ਹੋਇਆ ਆ ਸਾਰੇ ਪਾਸੇ। ਬ੍ਰਹਮ ਗਿਆਨੀ ਆਪ ਨਿਰੰਕਾਰ। ਕਿਉਂਕਿ ਬ੍ਰਹਮ ਗਿਆਨੀ ਹੈ ਗੁਰੂ ਜੀ ਕਹਿੰਦੇ ਉਹ ਆਪ ਨਿਰੰਕਾਰ, ਉਹ ਨਿਰੰਕਾਰ ਦਾ ਹੀ ਸਰੂਪ ਹੈ ਬ੍ਰਹਮ ਗਿਆਨੀ। ਨਿਰੰਕਾਰ ਹੀ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਹੀ ਨਿਰੰਕਾਰ ਆ। ਕਿਉਂ? ਕਿਉਂਕਿ ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਦੇ ਵਿੱਚ ਆਪ ਨਿਰੰਕਾਰ ਵਸਦਾ ਆ, ਬ੍ਰਹਮ ਗਿਆਨੀ ਦੇ ਵਿੱਚ ਆਪ ਨਿਰੰਕਾਰ ਬੈਠਾ ਆ, ਜਿਸ ਕਰਕੇ ਇੱਕ ਸਰੂਪ ਹੈ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਦੀ ਜਿਹੜੀ ਸੋਭਾ ਆ ਨਾ, ਉਹ ਬ੍ਰਹਮ ਗਿਆਨੀਆਂ ਨੂੰ ਹੀ ਬਣੀ, ਬ੍ਰਹਮ ਗਿਆਨੀਆਂ ਨੂੰ ਹੀ ਫੱਬਦੀ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਤਿਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਸਾਰਿਆਂ ਦਾ ਧਣੀ ਹੈ, ਸਾਰਿਆਂ ਦਾ ਮਾਲਕ ਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਭਾਈ ਇਹ ਸਾਧੂ ਏ, ਇਹ ਬ੍ਰਹਮ ਗਿਆਨੀ ਹੈ, ਇਹ ਇਹਨਾਂ 'ਚ ਗੁਣ ਹੁੰਦੇ ਨੇ, ਇੱਕ ਸਰੂਪ ਹੁੰਦਾ ਆ ਪਰਮੇਸ਼ਰ ਦਾ ਤੇ ਸਾਧੂਆਂ ਦਾ, ਬ੍ਰਹਮ ਗਿਆਨੀਆਂ ਦਾ। ਸੋ ਪਿਆਰਿਓ, ਅਗਲੀ ਵਿਚਾਰ ਆ ਜਿਹੜੀ ਆਪਾਂ ਕੱਲ ਨੂੰ ਸਰਵਣ ਕਰਾਂਗੇ।